ਇਹ ਅੱਜ ਦੀ ਡੇਟ 'ਚ ਪ੍ਰਾਪਰਟੀ ਕਰਮ ਸਿੰਘ ਦੇ ਨਾਮ ਹੈ। ਕੋਠੀ ਨੱਪਣਾ ਚਾਹੁੰਦੇ ਸੀ, ਕਬਜ਼ਾ ਨਜਾਇਜ਼ ਕਬਜ਼ਾ ਕਰਨਾ ਚਾਹੁੰਦੇ ਸੀ। ਉਹੀ ਹੈ, ਹਲੇ ਤੱਕ ਇਹ ਵੇਟ ਕਰ ਰਹੇ ਨੇ ਜੀ ਕਿ NRI ਫੈਮਿਲੀ ਜਿਹੜੀ ਹੈ ਉਹ ਕਦੋਂ ਤੱਕ ਇੱਥੇ ਲੜੂਗੀ। ਐਂਡ ਆਫ ਦੀ ਡੇ ਵੇਟ ਕਰ ਰਹੇ ਨੇ ਕਦੋਂ ਇੱਥੋਂ ਜਾਣਗੇ। ਇਸ ਕੇਸ ਦੇ ਵਿੱਚ ਮੌਜੂਦਾ ਸਰਕਾਰ ਦੇ MLA ਤੱਕ ਇਨਵੋਲਵ ਨੇ ਜੀ। ਮੈਡਮ MLA ਹੈ ਜੀ। 7th ਨੰਬਰ ਤੇ ਉਹਨਾਂ ਦੇ ਹਸਬੰਡ ਹੈ ਜੀ। 8th ਨੰਬਰ ਤੇ ਕਰਮ ਸਿੰਘ, 9th ਨੰਬਰ ਤੇ ਅਸ਼ੋਕ ਕੁਮਾਰ। ਚਾਬੀਆਂ ਦੇਣ ਨਾਲ ਘਰ ਦਾ ਜਿਹੜਾ ਟਾਈਟਲ ਹੈ, ਜਿਹਨੂੰ ਆਪਾਂ ਕਹਿੰਦੇ ਕਾਨੂੰਨੀ ਕਿ ਹੱਕਦਾਰ, ਉਹ ਹਾਲੇ ਤੱਕ ਨਹੀਂ ਬਣੇ। ਸਾਡਾ ਜਿਹੜਾ ਨੁਕਸਾਨ ਇਹਨਾਂ ਲੋਕਾਂ ਨੇ ਕੀਤਾ ਉਹਦੀ ਭਰਪਾਈ ਨਹੀਂ ਹੋਈ ਹਜੇ ਤੱਕ। ਚਾਬੀਆਂ ਦੇਣ ਨਾਲ ਨਹੀਂ ਹੋਣੀ। ਕਰਮ ਸਿੰਘ ਕਹਿੰਦਾ ਕਿ ਜੀ ਮੇਰਾ ਅਸ਼ੋਕ ਕੁਮਾਰ ਨਾਲ ਸਮਝੌਤਾ ਹੋ ਗਿਆ, ਮੈਨੂੰ ਇਹਦੀ ਲੋੜ ਨਹੀਂ ਹੈ। ਤੇ ਮੌਕੇ ਦੇ ਜਿਹੜੇ ਉਸ ਕੋਰਟ ਦੇ ਵਿੱਚ ਪੁਲਿਸ ਅਫਸਰ ਮੌਜੂਦ ਸੀਗੇ, ਉਹਨਾਂ ਨੇ ਵੀ ਇਹ ਬਿਆਨ ਦਿੱਤਾ ਜੀ ਹਾਂਜੀ ਇਹਨਾਂ ਦੋਨਾਂ ਦਾ ਸਮਝੌਤਾ ਹੋ ਗਿਆ, ਸਾਨੂੰ ਇਹਦੀ ਕਸਟੋਡੀਅਲ ਇੰਟਰੋਗੇਸ਼ਨ ਦੀ ਲੋੜ ਨਹੀਂ ਹੈ। ਸਤਿ ਸ਼੍ਰੀ ਅਕਾਲ, RMB ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਸੰਸਾਰਦੀਪ ਸਿੰਘ ਹਾਂ। ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਕੇਸ ਬੜੀ ਚਰਚਾ ਦਾ ਵਿਸ਼ਾ ਬਣਿਆ ਸੀ, ਕਿਉਂਕਿ ਆਮ ਆਦਮੀ ਪਾਰਟੀ ਦੇ MLA ਮੈਡਮ ਸਰਬਜੀਤ ਕੌਰ ਮਾਣੂਕੇ, ਉਹਨਾਂ ਦੇ ਉੱਪਰ ਇੱਕ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਸੀ ਤੇ ਕਿਹਾ ਗਿਆ ਸੀ ਕਿ MLA ਮੈਡਮ ਦੇ ਵੱਲੋਂ ਉਹਨਾਂ ਦੀ ਮਿਹਨਤ ਦੇ ਨਾਲ ਬਣਾਈ ਇੱਕ ਕੋਠੀ ਨੂੰ ਦੱਬ ਲਿਆ ਗਿਆ। ਹਾਲਾਂਕਿ ਕਰਮ ਸਿੰਘ ਉਹਨਾਂ ਦੇ ਵੱਲੋਂ ਜਿਹੜੇ ਉਸ ਕੋਠੀ ਦੇ ਆਪਣਾ ਹੋਣ ਦਾ ਦਾਅਵਾ ਕਰ ਰਹੇ ਸੀ, ਉਹਨਾਂ ਦੇ ਵੱਲੋਂ ਕੁਝ ਦਿਨ ਪਹਿਲਾਂ ਉਸ ਕੋਠੀ ਦੀਆਂ ਚਾਬੀਆਂ ਜਿਹੜੀਆਂ ਨੇ ਸੰਬੰਧਿਤ ਪਰਿਵਾਰ ਨੂੰ ਦੇ ਦਿੱਤੀਆਂ ਗਈਆਂ ਸੀ। ਪਰ ਇਹ ਕੇਸ ਹਾਲੇ ਵੀ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ। ਹਾਲੇ ਵੀ ਵੱਡੇ ਅਪਡੇਟਸ ਲਗਾਤਾਰ ਇਸ ਕੇਸ ਦੇ ਨਾਲ ਜੁੜੀਆਂ ਹੋਈਆਂ ਕਾਨੂੰਨੀ ਅਪਡੇਟਸ ਜਿਹੜੀਆਂ ਨੇ ਲਗਾਤਾਰ ਆ ਰਹੀਆਂ ਨੇ। ਐਡਵੋਕੇਟ ਇਸ਼ਾਨ ਗੁਪਤਾ ਸਾਡੇ ਨਾਲ ਮੌਜੂਦ ਨੇ। ਗੱਲਬਾਤ ਕਰਾਂਗੇ ਕਿ ਆਖਰ ਹੁਣ ਕਾਨੂੰਨੀ ਤੌਰ ਤੇ ਕੇਸ ਕਿੱਥੇ ਖੜਾ ਹੈ। ਐਡਵੋਕੇਟ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ, ਪਿਛਲੇ ਦਿਨਾਂ ਦੀ ਜੇਕਰ ਗੱਲ ਕਰੀਏ, ਪੰਜਾਬ ਦੇ ਵਿੱਚ ਸਭ ਤੋਂ ਵੱਧ ਚਰਚਿਤ ਕੇਸ ਜਿਹੜਾ ਹੈ ਮੈਡਮ ਸਰਬਜੀਤ ਮਾਣੂਕੇ ਤੇ ਕਰਮ ਸਿੰਘ ਉਹਨਾਂ ਦੇ ਵਿੱਚ, ਉਹ ਪਰਿਵਾਰ ਦੇ ਨਾਲ ਕਾਫੀ ਕੁਝ ਹੋਇਆ। ਕਰਮ ਸਿੰਘ ਉਹਨੀ ਚਾਬੀਆਂ ਵੀ ਦੇ ਦਿੰਦੇ ਨੇ, ਪਰ ਕਾਨੂੰਨੀ ਪੱਖ ਦੇਖੀਏ ਅੱਜ ਦੇ ਟਾਈਮ ਦੇ ਵਿੱਚ ਕੇਸ ਕਿੱਥੇ ਖੜਾ? ਦੇਖੋ ਸਰ, ਜਿੱਥੇ ਤੱਕ ਤੁਸੀਂ ਗੱਲ ਦੱਸੀ ਹੈ ਚਾਬੀਆਂ ਦੇ ਦਿੱਤੀ, ਚਾਬੀਆਂ ਦੇਣ ਨਾਲ ਘਰ ਦਾ ਜਿਹੜਾ ਟਾਈਟਲ ਹੈ, ਜਿਹਨੂੰ ਆਪਾਂ ਕਹਿੰਦੇ ਕਾਨੂੰਨੀ ਕਿ ਹੱਕਦਾਰ, ਉਹ ਹਾਲੇ ਤੱਕ ਨਹੀਂ ਬਣੇ। ਜਿਹਦੇ ਲਈ ਹਾਲੇ ਵੀ ਇੱਕ ਮਾਮਲਾ ਜਗਰਾਓਂ ਕੋਰਟ 'ਚ ਲੰਬਿਤ ਹੈ, ਜਿੱਥੇ ਅਸੀਂ ਇੱਕ ਜਿਹਨੂੰ ਦਾਵਾ ਸਿਵਲ ਸੂਟ ਕਹਿੰਦੇ ਆ ਉਹ ਦਾਇਰ ਕੀਤਾ ਹੈ ਕਿ ਜੋ ਇਸ ਕਾਗਜ਼ ਦੇ ਵਿੱਚ, ਇਸ ਸਾਰੇ ਕੇਸ ਦੇ ਵਿੱਚ ਜਾਲੀ ਦਸਤਾਵੇਜ਼ ਤਿਆਰ ਹੋਏ ਆ, ਪਾਵਰ ਆਫ ਅਟਾਰਨੀ ਹੈ, ਸੇਲ ਡੀਡ ਹੈ, ਇਹਨਾਂ ਸਭ ਨੂੰ ਤੋੜਿਆ ਜਾਵੇ ਤੇ ਸਾਡਾ ਟਾਈਟਲ ਆਫ ਦਾ ਪ੍ਰਾਪਰਟੀ ਰਿਸਟੋਰ ਕੀਤਾ ਜਾਵੇ। ਚਾਬੀਆਂ ਦੇਣ ਨਾਲ ਅਸੀਂ ਸਾਡਾ ਜਿਹੜਾ ਨੁਕਸਾਨ ਇਹਨਾਂ ਲੋਕਾਂ ਨੇ ਕੀਤਾ ਉਹਦੀ ਭਰਪਾਈ ਨਹੀਂ ਹੋਈ ਹਜੇ ਤੱਕ। ਚਾਬੀਆਂ ਦੇਣ ਨਾਲ ਨਹੀਂ ਹੋਣੀ। ਇਹ ਜਦੋਂ ਤੱਕ ਕਿ ਸਾਡੇ ਜਿਹੜੇ NRI ਹੈਗੇ ਜੀ ਅਮਰਜੀਤ ਕੌਰ ਜੀ, ਉਹਨਾਂ ਦੇ ਨਾਮ ਦੇ ਉੱਤੇ ਜਿਹੜੀ ਉਹ ਪ੍ਰਾਪਰਟੀ ਦਾ ਟਾਈਟਲ ਰਿਸਟੋਰ ਨਹੀਂ ਹੋ ਜਾਂਦਾ, ਉਦੋਂ ਤੱਕ ਇਹ ਪ੍ਰਾਪਰਟੀ ਹਲੇ ਵੀ ਇਹ ਰੌਲੇ ਦੇ ਵਿੱਚ ਰਹੂਗੀ, ਡਿਸਪਿਊਟਡ ਹੈ। ਇਸ ਕਰਕੇ ਸਭ ਤੋਂ ਪਹਿਲਾਂ ਪ੍ਰਾਪਰਟੀ ਦਾ ਟਾਈਟਲ ਜਦੋਂ ਤੱਕ ਇਹਨਾਂ ਦੇ ਨਾਮ ਨਹੀਂ ਆਉਂਦਾ, ਇਹ ਕੁਝ ਵੀ ਆਪਾਂ ਨਹੀਂ ਕਹਿ ਸਕਦੇ ਕਿ ਹਲੇ ਤੱਕ ਮਾਮਲਾ ਥੰਮ ਗਿਆ ਹੈ। ਸਰ, ਤੁਸੀਂ ਕਿਹਾ ਕਿ ਪ੍ਰਾਪਰਟੀ ਇਹਨਾਂ ਦੇ ਨਾਮ ਨਹੀਂ, ਇਸ ਫੈਮਿਲੀ ਦੇ ਨਾਮ ਨਹੀਂ ਹੈਗੀ। ਇਸ ਟਾਈਮ ਪ੍ਰਾਪਰਟੀ ਕਾਗਜ਼ਾਂ ਦੇ ਵਿੱਚ, ਪੇਪਰਸ ਦੇ ਵਿੱਚ ਕਿਸ ਵਿਅਕਤੀ ਦੇ ਨਾਮ ਹੈਗੀ? ਮੈਡਮ ਮਾਣੂਕੇ ਦੇ ਨਾਮ ਹੈਗੀ ਜਾਂ ਕਰਮ ਸਿੰਘ ਉਹਨਾਂ ਦੇ ਨਾਮ ਹੈਗੀ? ਕਿਸ ਦੇ ਨਾਮ ਹੈਗੀ? ਇਹ ਅੱਜ ਦੀ ਡੇਟ 'ਚ ਪ੍ਰਾਪਰਟੀ ਕਰਮ ਸਿੰਘ ਦੇ ਨਾਮ ਹੈ। ਮੈਂ ਤਾਂ ਤੁਹਾਨੂੰ ਦੱਸਣਾ ਚਾਹੁੰਦਾ ਜੀ, ਜਿਹੜੀ ਇੱਕ ਜਾਲੀ ਪਾਵਰ ਆਫ ਅਟਾਰਨੀ ਤਿਆਰ ਹੋਈ ਹੈ ਇਸ ਕੇਸ ਦੇ ਵਿੱਚ, ਜੋ ਅੱਜ ਦੀ ਡੇਟ 'ਚ ਹਰ ਕੋਈ ਮੰਨਦਾ ਹੈ ਕਿ ਉਹ ਜਾਲੀ ਪਾਵਰ ਆਫ ਅਟਾਰਨੀ ਸੀ, ਉਹ ਪਾਵਰ ਆਫ ਅਟਾਰਨੀ ਅਸ਼ੋਕ ਕੁਮਾਰ ਦੇ ਹੱਕ ਵਿੱਚ ਸੀ। ਉਹ ਇਹ ਕਹਿੰਦੀ ਹੈ ਜੀ ਕਿ ਅਮਰਜੀਤ ਕੌਰ ਜੀ ਨੇ, ਜਿਹੜੇ ਸਾਡੇ NRI ਨੇ, ਇਹਨਾਂ ਨੇ ਇੱਕ ਆਪਣੀ ਪਾਵਰ ਆਫ ਅਟਾਰਨੀ ਅਪੁਆਇੰਟ ਕੀਤਾ ਅਸ਼ੋਕ ਕੁਮਾਰ ਨੂੰ, ਤੇ ਜਿਹੜੀ ਇਹ ਸੇਲ ਡੀਡ ਹੋਈ ਹੈ ਇਸ ਪ੍ਰਾਪਰਟੀ ਦੀ, ਅਸ਼ੋਕ ਕੁਮਾਰ ਨੇ ਉਹਨਾਂ ਦੇ ਪਾਵਰ ਆਫ ਅਟਾਰਨੀ ਤਹਿਤ ਕਰਮ ਸਿੰਘ ਦੇ ਨਾਂ ਕਰਾਈ ਹੈ। ਸੋ ਇਸ ਕਰਕੇ ਜਿਹੜੀ ਇਹ ਸੇਲ ਡੀਡ ਹੈ ਉਹ ਕਰਮ ਸਿੰਘ ਦੇ ਨਾਮ ਹੈ। ਹਾਂਜੀ ਸਰ, ਹਾਲੇ ਤੱਕ ਕੋਠੀ ਨਾਮ ਹੋਣ ਦਾ ਕਾਰਨ ਕੀ ਹੈ ਕਿ ਹਾਲੇ ਤੱਕ ਜਿਹੜੇ ਉਹ ਪੇਪਰਾਂ ਦੇ ਵਿੱਚ, ਕਾਗਜ਼ਾਂ ਦੇ ਵਿੱਚ ਨਾਮ ਨਹੀਂ ਹੋ ਪਾਈ ਹੈਗੀ? ਉਹਨਾਂ ਨੂੰ ਆਪਣਾ ਹੱਕ ਜਿਹੜਾ, ਉਸ ਪਰਿਵਾਰ ਨੂੰ ਆਪਣਾ ਹੱਕ ਜਿਹੜਾ ਨਹੀਂ ਮਿਲ ਪਾਇਆ? ਸਰ, ਮੈਨੂੰ ਤਾਂ ਇੱਕੋ ਹੀ, ਦੇਖੋ ਇਸ ਚੀਜ਼ ਦੇ ਉੱਤੇ ਇਹ ਕਾਨੂੰਨੀ ਮਸਲਾ ਨਹੀਂ ਹੈ ਜਿਹੜਾ ਤੁਸੀਂ ਸਵਾਲ ਪੁੱਛਿਆ, ਪਰ ਜਿੱਥੇ ਤੱਕ ਇੱਕ ਮੈਨੂੰ ਡਾਊਟ ਹੁੰਦਾ ਹੈ, ਸ਼ਾਇਦ ਇਹ ਜਿਹੜਾ ਇਹਨਾਂ ਦਾ ਸ਼ੁਰੂ ਦਾ ਮੋਡਸ ਆਪਰੈਂਡੀ ਹੈ, ਜਿਹੜੀ ਇਹ ਕੋਠੀ, ਜਿਹਨੂੰ ਆਪਾਂ ਪੰਜਾਬੀ ਕਹਿੰਦੇ ਕੋਠੀ ਨੱਪਣਾ ਚਾਹੁੰਦੇ ਸੀ, ਕਬਜ਼ਾ ਨਜਾਇਜ਼ ਕਬਜ਼ਾ ਕਰਨਾ ਚਾਹੁੰਦੇ ਸੀ, ਉਹੀ ਹੈ। ਹਾਲੇ ਤੱਕ ਇਹ ਵੇਟ ਕਰ ਰਹੇ ਨੇ ਜੀ ਕਿ NRI ਫੈਮਿਲੀ ਜਿਹੜੀ ਹੈ ਉਹ ਕਦੋਂ ਤੱਕ ਇੱਥੇ ਲੜੂਗੀ। ਐਂਡ ਆਫ ਦੀ ਡੇ ਵੇਟ ਕਰ ਰਹੇ ਨੇ ਕਦੋਂ ਇੱਥੋਂ ਜਾਣਗੇ ਤੇ ਅਸੀਂ ਦੁਬਾਰਾ ਤੋਂ ਆਪਣਾ ਪੋਜੀਸ਼ਨ ਰਿਸਟੋਰ ਕਰੀਏ। ਹੁਣ ਕੁਝ ਮਾਣਯੋਗ ਕੋਰਟ ਦੇ ਵੱਲੋਂ ਕੁਝ ਹੁਕਮ ਵੀ ਜਾਰੀ ਕੀਤੇ ਗਏ ਨੇ, ਉਹਨਾਂ ਬਾਰੇ ਥੋੜ੍ਹਾ ਡਿਟੇਲ ਦੇ ਵਿੱਚ ਜਾਣਕਾਰੀ ਚਾਹਾਂਗੇ ਕਿ ਕਿਹੜੇ ਵਿਅਕਤੀ ਜਿਹੜੇ ਨੇ ਕੋਰਟ ਦੇ ਨਾ ਹੁਕਮਾਂ ਦੇ ਲਪੇਟੇ ਦੇ ਵਿੱਚ ਆਏ ਨੇ, ਕੋਰਟ ਦੀ ਪ੍ਰਕਿਰਿਆ ਦੇ ਵਿੱਚ ਹੁਣ ਸ਼ਾਮਲ ਹੋਏ ਨੇ, ਕੌਣ ਵਿਅਕਤੀ ਹੈਗੇ?
ਹਾਂਜੀ ਸਰ, ਇਹ ਜਿਹੜੇ ਹੁਣ ਹਾਈ ਕੋਰਟ ਦਾ ਜਿਹੜਾ ਮਸਲਾ ਸੀ, ਹਾਈ ਕੋਰਟ ਪਟੀਸ਼ਨ ਫਾਈਲ ਕੀਤੀ ਸੀ, ਇਹ ਧਾਰਾ 482 CRPC ਹੈ ਜੀ। ਉਹਦੇ ਤਹਿਤ ਅਸੀਂ ਹਾਈ ਕੋਰਟ ਗਏ ਸੀ, ਜਿਸ ਵਿੱਚ ਅਸੀਂ ਇਹ ਮੰਗ ਕੀਤੀ ਆ ਕਿ ਇਸ ਕੇਸ ਦੇ ਵਿੱਚ ਇੱਕ ਜਿਹੜੀ FIR ਕਰਮ ਸਿੰਘ ਵੱਲੋਂ ਅਸ਼ੋਕ ਕੁਮਾਰ ਦੇ ਖਿਲਾਫ ਕਰਾਈ ਜਾਂਦੀ ਹੈ, ਸ਼ਾਇਦ ਤੁਸੀਂ ਉਹਦੇ ਬਾਰੇ ਜਾਣੂ ਹੋਵੋਗੇ ਉਸ FIR ਬਾਰੇ। ਉਹ ਇੱਕ FIR ਇੱਕ ਇਹਨਾਂ ਦਾ ਮੇਅਰ ਆਈ ਵਾਸ਼ ਹੈ ਜੀ। ਉਹਦੇ ਵਿੱਚ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ। ਜੋ ਪੀੜਤ ਹੈ ਜੀ ਅਮਰਜੀਤ ਕੌਰ ਜੀ, ਉਹਨਾਂ ਦੇ ਤਹਿਤ ਕੋਈ ਉਹਨਾਂ ਦੇ ਵੱਲੋਂ ਉਹਨਾਂ ਦੇ ਪੱਖ ਦੀ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ। ਸਾਰੀ ਇਨਵੈਸਟੀਗੇਸ਼ਨ ਇਹਨਾਂ ਨੇ ਇੱਕ ਆਈ ਵਾਸ਼ ਕੀਤੀ ਹੈ ਜੀ। ਉਸ ਇਨਵੈਸਟੀਗੇਸ਼ਨ ਨੂੰ, ਉਸ ਕੇਸ ਨੂੰ ਇੱਕ ਇੰਡੀਪੈਂਡੈਂਟ ਏਜੰਸੀ CBI ਆਪਾਂ ਨੂੰ ਪਤਾ ਬਹੁਤ ਨੋਬਲ ਏਜੰਸੀ ਹੈ ਜੀ, CBI ਨੂੰ ਇਹ ਟ੍ਰਾਂਸਫਰ ਕਰਨਾ ਬਣਦਾ ਜੀ, ਕਿਉਂਕਿ ਇਸ ਕੇਸ ਦੇ ਵਿੱਚ ਮੌਜੂਦਾ ਸਰਕਾਰ ਦੇ MLA ਤੱਕ ਇਨਵੋਲਵ ਨੇ ਜੀ। ਅਤੇ ਜਿੱਦਾਂ ਇਨਵੈਸਟੀਗੇਸ਼ਨ ਚੱਲੀ ਹੈ, ਕੋਈ ਲੌਜੀਕਲ ਕੰਕਲੂਜਨ 'ਤੇ ਨਹੀਂ ਆਈ ਜੀ। ਅਤੇ ਇਸ ਲਈ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਦੀ ਲੋੜ ਹੈ ਸਾਨੂੰ ਇਸ ਕੇਸ ਲਈ, ਤਾਂ ਕਿ ਜੋ ਰੀਅਲ ਕਲਪਿਟਸ ਹੈ ਉਹ ਸਾਹਮਣੇ ਆ ਸਕਣ ਕਿ ਕਿਹੜੇ ਇਸ ਦੇ ਵਿੱਚ ਮੁਲਜ਼ਮ ਬਣਦੇ ਨੇ। ਸਰ, ਤੁਸੀਂ ਨਿਰਪੱਖ ਜਾਂਚ ਦੀ ਗੱਲ ਕਰ ਰਹੇ ਹੋ ਕਿ ਨਿਰਪੱਖ ਜਾਂਚ ਜਿਹੜੀ ਆ ਸਾਨੂੰ ਚਾਹੀਦੀ, ਸਾਨੂੰ ਕੋਰਟ ਤੋਂ ਇਨਸਾਫ ਦੀ ਉਮੀਦ ਹੈਗੀ। ਕੋਰਟ ਦੇ ਵੱਲੋਂ ਸੰਮਣ ਕੱਢੇ ਗਏ ਨੇ ਕਿਸ ਵਿਅਕਤੀ ਨੂੰ, ਉਸ ਦੇ ਵਿੱਚ CBI ਵੀ ਇਨਵੋਲਵ ਹੈਗੀ, ਉਹਨਾਂ ਸੰਮਣਾਂ ਦੇ ਵਿੱਚ CBI ਵੀ ਸ਼ਾਮਲ ਹੈਗੀ? ਜੀ ਬਿਲਕੁਲ ਸਰ, ਕਿਉਂਕਿ ਅਸੀਂ ਜਦੋਂ CBI ਇਨਵੈਸਟੀਗੇਸ਼ਨ ਦੀ ਡਿਮਾਂਡ ਕੀਤੀ ਹੈ ਜੀ, ਤਾਂ ਅਸੀਂ CBI ਨੂੰ ਨਾਲ ਜ਼ਰੂਰ ਪਾਰਟੀ ਬਣਾ ਕੇ ਚੱਲੇ ਹਾਂ। ਅਸੀਂ ਇਹਦੇ ਵਿੱਚ ਜੱਜ ਸਾਹਿਬ ਨੇ ਅਗਲੀ ਤਰੀਕ ਲਈ CBI ਨੂੰ ਵੀ ਨੋਟਿਸ ਕੀਤਾ ਜੀ। ਇਸ ਤੋਂ ਇਲਾਵਾ ਸਰ, ਇਹਦੇ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਹੈ ਜੀ ਪੰਜਾਬ ਸਰਕਾਰ ਥਰੂ ਸੈਕਟਰੀ ਹੋਮ ਜੀ, ਉਹ ਫਾਰਮਲ ਪਾਰਟੀ ਬਣਦੇ ਨੇ ਕਿ ਅਸੀਂ ਪੰਜਾਬ ਸਰਕਾਰ ਨੂੰ ਬਣਾਉਣਾ ਸੀਗਾ ਜੀ। ਸੈਕਿੰਡ ਨੰਬਰ 'ਤੇ DGP ਸਾਹਿਬ ਨੇ ਕਿ ਜੀ, ਉਹ ਪੁਲਿਸ ਦੇ ਹੈੱਡ ਹੈ ਜੀ। ਥਰਡ, ਕਿਉਂਕਿ NRI ਦਾ ਮਸਲਾ ਹੈ ਜੀ, DGP NRI ਨੇ ਜੀ ਇਹਦੇ ਵਿੱਚ। ਫੋਰਥ ਨੰਬਰ 'ਤੇ ਅਸੀਂ ਜਿਹੜੇ ਕੰਸਰਨ SSP ਸਾਹਿਬ ਹੈ ਉਹਨਾਂ ਨੂੰ ਕੀਤਾ ਜੀ। ਫਿਫਥ ਨੰਬਰ 'ਤੇ SHO ਪੁਲਿਸ ਸਟੇਸ਼ਨ ਜਗਰਾਓਂ, ਜਿੱਥੇ ਉਹ ਕਰਮ ਸਿੰਘ ਵਾਲੀ FIR ਰਜਿਸਟਰ ਹੋਈ ਹੈ ਜੀ, ਉਹਨਾਂ ਨੂੰ ਕੀਤਾ। ਸਿਕਸਥ ਨੰਬਰ 'ਤੇ ਮੈਡਮ MLA ਹੈ ਜੀ। ਸੈਵਨਥ ਨੰਬਰ 'ਤੇ ਉਹਨਾਂ ਦੇ ਹਸਬੈਂਡ ਹੈ ਜੀ। ਏਟਥ ਮੈਡਮ ਦੇ ਹਸਬੈਂਡ ਹੈ ਜੀ, ਮੈਡਮ MLA 'ਤੇ। 8th ਨੰਬਰ 'ਤੇ ਕਰਮ ਸਿੰਘ। 9th ਨੰਬਰ 'ਤੇ ਅਸ਼ੋਕ ਕੁਮਾਰ। ਅਤੇ ਅਖੀਰ 'ਚ ਅਸੀਂ ਨਾਲ CBI ਨੂੰ ਪਾਰਟੀ ਬਣਾਇਆ ਜੀ। ਹਾਂਜੀ ਸਰ, 10 ਪਾਰਟੀਆਂ ਨੂੰ ਜਿਹੜਾ ਹੈ ਕੋਰਟ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਕਿ ਕੋਰਟ ਦੇ ਵਿੱਚ ਆਪਣਾ ਜਵਾਬ ਦਾਖਲੀ ਜਿਹੜੀ ਹੈ ਕਰੋ। ਹੁਣ ਥੋੜ੍ਹਾ ਜਿਹਾ ਪਿੱਛੇ ਜਾਂਦੇ ਆ, ਪਰਿਵਾਰ ਕਹਿ ਰਿਹਾ ਕਿ ਸਾਡੇ ਨਾਲ ਧੋਖਾ ਹੋਇਆ, ਸਾਡੇ ਨਾਲ ਧੱਕਾ ਹੋਇਆ। ਕਰਮ ਸਿੰਘ ਹੋਣੀ ਚਾਬੀਆਂ ਵੀ ਦੇ ਦਿੰਦੇ ਨੇ। ਗੰਭੀਰ ਇਲਜ਼ਾਮ ਪਰਿਵਾਰ ਦੇ ਵੱਲੋਂ ਵੀ ਲਗਾਏ ਜਾਂਦੇ ਨੇ। ਇਨਵੈਸਟੀਗੇਸ਼ਨ ਹਾਲਾਂਕਿ ਨਹੀਂ ਹੋਈ, ਪਰ ਹਾਲੇ ਤੱਕ ਕਿਸੇ ਵੀ ਕਿਸਮ ਦੀ ਅਰੈਸਟ ਨਹੀਂ ਹੋ ਪਾ ਰਹੀ। ਸਰ, ਇਸ ਦੇ ਵਿੱਚ ਕੋਈ ਕੀ ਅਰੈਸਟ ਕੀਤੀ ਨਹੀਂ ਜਾ ਸਕਦੀ ਜਾਂ ਜਾਣਬੁੱਝ ਕੇ ਕੀਤੀ ਨਹੀਂ ਜਾ ਰਹੀ, ਕੀ ਹੈਗਾ? ਸਰ, ਇਹ ਬਹੁਤ ਅਹਿਮ ਸਵਾਲ ਤੁਸੀਂ ਪੁੱਛਿਆ ਹੈ ਅਰੈਸਟ ਬਾਰੇ। ਸਰ, ਇਹ ਸਾਡੀ ਇੱਕ ਕੰਟੈਂਸ਼ਨ ਵੀ ਸੀ ਹਾਈ ਕੋਰਟ 'ਚ। ਤੁਹਾਨੂੰ ਜਾਣ ਕੇ ਬੜਾ ਸ਼ੌਕ ਹੋਊਗਾ ਜੀ, ਇਸ ਕੇਸ ਦੇ ਵਿੱਚ 19/6/2023 ਨੂੰ ਕਰਮ ਸਿੰਘ ਵੱਲੋਂ FIR ਰਜਿਸਟਰ ਕੀਤੀ ਜਾਂਦੀ ਹੈ ਜੀ। ਅਤੇ ਤੁਸੀਂ ਇਹ ਗੱਲ 'ਤੇ ਸ਼ੌਕ ਹੋਵੋਗੇ, 20/7/2023 ਇੱਕ ਮਹੀਨੇ ਦੇ ਵਿੱਚ ਜਿਹੜੀ ਤੁਸੀਂ ਅਰੈਸਟ ਦੀ ਗੱਲ ਕਰਦੇ ਹੋ, ਉਸ ਕੇਸ ਦੇ ਮੁਲਜ਼ਮ ਜਿਹੜਾ ਅਸ਼ੋਕ ਕੁਮਾਰ ਹੈ, ਉਹਨੂੰ ਐਂਟੀਸਿਪੇਟਰੀ ਬੇਲ ਦੇ ਦਿੱਤੀ ਜਾਂਦੀ ਹੈ। ਅਤੇ ਉਸ ਦਾ ਬੇਸ ਕੀ ਹੈ ਜੀ? ਕੰਪਲੇਨੈਂਟ ਕਰਮ ਸਿੰਘ ਕਹਿੰਦਾ ਕਿ ਜੀ ਮੇਰਾ ਅਸ਼ੋਕ ਕੁਮਾਰ ਨਾਲ ਸਮਝੌਤਾ ਹੋ ਗਿਆ, ਮੈਨੂੰ ਇਹਦੀ ਲੋੜ ਨਹੀਂ ਹੈ। ਅਤੇ ਮੌਕੇ ਦੇ ਜਿਹੜੇ ਉਸ ਕੋਰਟ ਦੇ ਵਿੱਚ ਪੁਲਿਸ ਅਫਸਰ ਮੌਜੂਦ ਸੀਗੇ, ਉਹਨਾਂ ਨੇ ਵੀ ਇਹ ਬਿਆਨ ਦਿੱਤਾ ਜੀ, ਹਾਂਜੀ ਇਹਨਾਂ ਦੋਨਾਂ ਦਾ ਸਮਝੌਤਾ ਹੋ ਗਿਆ, ਸਾਨੂੰ ਇਹਦੀ ਕਸਟੋਡੀਅਲ ਇੰਟੈਰੋਗੇਸ਼ਨ ਦੀ ਲੋੜ ਨਹੀਂ ਹੈ। ਬਿਨਾਂ ਕਿਸੇ ਜਾਂਚ ਤੋਂ, ਬਿਨਾਂ ਕਿਸੇ ਅਮਰਜੀਤ ਕੌਰ ਜੀ ਨੂੰ ਨੋਟਿਸ ਤੋਂ। ਇਹ ਤਾਂ ਸਰ ਇਹਨਾਂ ਦੀ ਮਿਲੀ ਭੁਗਤ ਸੀਗੀ। ਇਸ ਜਿਹੜਾ ਜੋ ਇਹ ਬੇਲ, ਜਿੱਦਾਂ ਇਹ ਬੇਲ ਪ੍ਰਕਿਓਰ ਕੀਤੀ ਗਈ ਹੈ ਨਾ, ਇਸ ਤੋਂ ਈਵਨ ਮੋਰ ਐਪਰੈਂਟ ਹੋ ਜਾਂਦਾ ਜੀ ਇਹ ਸਭ ਮਿਲੀ ਭੁਗਤ ਹੈ। ਦੈਟਸ ਵਾਈ ਵੀ ਵੈਂਟ ਟੂ ਦੀ ਹਾਈ ਕੋਰਟ, ਅਤੇ ਹਾਈ ਕੋਰਟ ਨੇ ਸਾਰੀਆਂ ਗੱਲਾਂ ਦਾ ਕੋਗਨੀਜ਼ੈਂਸ ਲਿੱਤਾ ਹੈ, ਤਾਂ ਹੀ ਸਭ ਨੂੰ ਨੋਟਿਸ ਕੀਤਾ। ਸਰ, ਕੋਈ ਜ਼ਰੂਰੀ ਹੁਕਮ ਜਾਰੀ ਕੀਤੇ ਗਏ ਨੇ ਕਿ ਇੰਨੀ ਤਰੀਕ ਨੂੰ ਜਿਹੜਾ ਪੇਸ਼ ਹੋਣਾ ਹੀ ਹੋਣਾ ਪਏਗਾ, ਇਹਨਾਂ ਦੇ ਵੱਲੋਂ ਪੇਸ਼ ਹੋਣਾ ਹੀ ਪਵੇਗਾ ਜਾਂ ਕੁਝ ਇੱਦਾਂ? ਡੈਫੀਨੇਟਲੀ ਸਰ, ਇਹ ਜਿਹੜਾ ਆਰਡਰ ਹੁੰਦਾ ਜੀ, ਨੋਟਿਸ ਆਫ ਮੋਸ਼ਨ ਇਸ਼ੂ ਕੀਤਾ ਜੀ, ਇਹਦਾ ਮਤਲਬ ਇਹ ਹੁੰਦਾ ਕਿ ਦੂਜੀ ਪਾਰਟੀ ਨੂੰ ਬੁਲਾਇਆ ਗਿਆ ਕਿ ਤੁਹਾਡੀ ਉਹਨਾਂ ਨੂੰ ਸੁਣਵਾਈ ਦਿੱਤੀ ਜਾਵੇਗੀ ਜੀ। ਅਤੇ ਦੂਜੀ ਪਾਰਟੀ ਕੋਲ ਆਪਸ਼ਨ ਹੁੰਦੀ ਹੈ, ਜਿਹੜੀ ਪ੍ਰਾਈਵੇਟ ਪਾਰਟੀਜ਼ ਦੀ ਮੈਂ ਗੱਲ ਕਰਾਂਗਾ। ਦੇਖੋ, ਜਿਹੜੇ ਤਾਂ ਸਰਕਾਰ ਦੇ ਪੱਧਰ ਦੇ ਬੰਦੇ ਆ, ਉਹਨਾਂ ਨੂੰ ਤਾਂ ਸਾਡੇ ਐਡਵੋਕੇਟ ਜਨਰਲ ਆਫਿਸ ਦੇ ਬੰਦੇ ਰਿਪਰੈਜ਼ੈਂਟ ਕਰਦੇ ਨੇ ਜੀ। ਜਿਹੜੀ ਪ੍ਰਾਈਵੇਟ ਪਾਰਟੀਜ਼ ਹੈ, ਉਹ ਜਾਂ ਤਾਂ ਖੁਦ ਪੇਸ਼ ਹੋਣਗੀਆਂ ਜਾਂ ਆਪਣੇ ਐਡਵੋਕੇਟ ਥਰੂ ਪੇਸ਼ ਹੋਣਗੀਆਂ ਜੀ। ਹਾਂਜੀ ਸਰ, ਜਦੋਂ ਇਹ ਸਾਰਾ ਮਸਲਾ ਚੱਲ ਰਿਹਾ ਸੀ, ਸਾਰਾ ਰੌਲਾ ਚੱਲ ਰਿਹਾ ਸੀ, ਤਾਂ NRI ਪਰਿਵਾਰ ਦੇ ਵੱਲੋਂ ਜਦੋਂ ਚਾਬੀਆਂ ਦੇ ਨਾਲ ਕੋਠੀ ਓਪਨ ਕੀਤੀ ਗਈ, ਆਪਣਾ ਰਿਹਾਇਸ਼ ਉੱਥੇ ਦੁਬਾਰਾ ਕੀਤੀ ਗਈ, ਤਾਂ ਉਹਨਾਂ ਦੇ ਵੱਲੋਂ ਇੱਕ ਵੱਡੀ ਗੱਲ ਕਹੀ ਗਈ ਸੀ ਕਿ ਸਾਡਾ ਸਮਾਨ ਦੀ ਭੰਨ ਤੋੜ ਜਿਹੜੀ ਆ ਕਰ ਦਿੱਤੀ ਗਈ। ਸਮਾਨ ਕਾਫੀ, ਕੋਠੀ ਦਾ ਕੀਮਤੀ ਸਮਾਨ ਜਿਹੜਾ ਉਹ ਗਾਇਬ ਹੈਗਾ। ਉਹਦੇ ਸੰਬੰਧ ਦੇ ਵਿੱਚ ਕੋਰਟ ਦੇ ਵਿੱਚ ਕੋਈ ਤੁਹਾਡੇ ਵੱਲੋਂ ਲਿਸਟ ਦਿੱਤੀ ਗਈ ਹੈਗੀ? ਕੋਰਟ ਦੇ ਵੱਲੋਂ ਉਸ ਸੰਬੰਧੀ ਕੁਝ ਗੱਲਾਂ ਕੀਤੀਆਂ ਗਈਆਂ ਨੇ? ਕੋਈ ਜਵਾਬਦੇਹੀ ਤੈਅ ਕੀਤੀ ਗਈ ਹੈ ਜੀ ਕਿਸ? ਸਰ, ਅਸੀਂ ਆਰਟੀਕਲਸ ਦੀ ਕੁਝ ਲਿਸਟ ਪਟੀਸ਼ਨ ਵਿੱਚ ਹੀ ਮੈਂਸ਼ਨ ਕੀਤੀ ਸੀ ਕਿ ਸਾਡੇ ਘਰ ਦੇ ਵਿੱਚ ਆਹ ਆਰਟੀਕਲ ਮਿਸਿੰਗ ਹੈ ਜਾਂ ਜੋ ਉਹਨਾਂ ਨੇ ਆਲਟਰੇਸ਼ਨ ਕੀਤੀ ਹੈ। ਬਟ ਸਰ, ਇਹ ਗੱਲਾਂ ਉਹ ਨੇ ਜੀ ਜਿਹਦੇ ਲਈ ਇੱਕ ਇਨਵੈਸਟੀਗੇਸ਼ਨ ਦੀ ਹੋਣੀ ਬਹੁਤ ਜ਼ਰੂਰੀ ਹੈ ਜੀ। ਇਹ ਗੱਲਾਂ ਇਨਵੈਸਟੀਗੇਸ਼ਨ 'ਚ ਹੀ ਨਿਕਲ ਕੇ ਆਉਣਗੀਆਂ ਕਿ ਜਿਹੜਾ ਸਮਾਨ ਹੈ ਉਹ ਕਿੱਥੇ ਗਿਆ, ਕਿੰਨੀ ਅਮਾਊਂਟ ਦਾ ਸਮਾਨ ਹੈ। ਠੀਕ ਹੈ, ਅਸੀਂ ਇੱਕ ਰਿਪੋਰਟ ਦੇ ਦਾਂਗੇ, ਬਟ ਇਹ ਦਿਸ ਇਜ਼ ਮੋਰ ਆਫ ਅ ਇਨਵੈਸਟੀਗੇਸ਼ਨ ਮੈਟਰ, ਜਿਹੜੀ ਕਿ ਨਹੀਂ ਹੋਈ ਇਸ ਕੇਸ ਦੇ ਵਿੱਚ।
ਮੈਡਮ ਸਰਬਜੀਤ ਕੌਰ ਮਾਣੂਕੇ ਜਿਹੜੇ ਨੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ, ਉਹਨਾਂ ਦਾ ਇਸ ਕੇਸ ਦੇ ਵਿੱਚ ਆਉਣਾ, ਉਹਨਾਂ ਦਾ ਨਾਮ ਇਸ ਕੇਸ ਦੇ ਵਿੱਚ ਆਉਣਾ ਇੱਕ ਇਸ ਕੇਸ ਨੂੰ ਹਾਈ ਪ੍ਰੋਫਾਈਲ ਕੇਸ ਬਣਾ ਦਿੰਦਾ ਹੈਗਾ। ਸਰ ਉਹਨਾਂ ਦਾ ਐਜ਼ ਐਨ MLA ਜੇਕਰ ਗੱਲ ਕਰੀਏ, ਉਹਨਾਂ ਦੇ MLAਸ਼ਿਪ ਦੇ ਉੱਪਰ ਇਸ ਕੇਸ ਦਾ ਕੀ ਇਫੈਕਟ ਪਏਗਾ? ਕੁਝ ਹੋ ਸਕਦਾ ਉਹਨਾਂ ਦੀ ਕੁਰਸੀ ਨੂੰ ਖਤਰਾ, ਸਿੱਧਾ ਮੈਂ ਜੇ ਸਵਾਲ ਕਹਾਂ ਉਹਨਾਂ ਦੀ ਕੁਰਸੀ ਨੂੰ ਖਤਰਾ ਕੁਝ ਹੋ ਸਕਦਾ ਇਸ ਕੇਸ ਦੀ ਵਜ੍ਹਾ ਦੇ ਨਾਲ? ਸਰ ਦੇਖੋ, ਜਿੱਥੇ ਤੱਕ ਇਹ ਸਵਾਲ ਹੈ ਇਹ ਪੋਲੀਟਿਕਸ ਨਾਲ ਰਿਲੇਟਡ ਸਵਾਲ ਹੈ। ਇਹਦਾ ਕਾਨੂੰਨੀ ਤੌਰ ਤੇ ਸਰ ਇਹ ਜ਼ਰੂਰ ਮੈਂ ਕਹਿਣਾ ਚਾਹੂੰਗਾ ਜੀ, ਦੇਖੋ ਜੇ ਕੱਲ ਇਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਿਸੇ ਲੌਜੀਕਲ ਕੰਕਲੂਜਨ ਤੇ ਜਾਂਦੀ ਹੈ ਤੇ ਉਹਨਾਂ ਨੂੰ ਐਟ ਐਨੀ ਸਟੇਜ ਕੋਰਟ ਸਮਝਦੀ ਹੈ ਕਿ ਜੀ ਜਦੋਂ ਟਰਾਇਲ ਹੋਊਗਾ ਉਸ ਤੋਂ ਬਾਅਦ ਕੋਰਟ ਸਮਝਦੀ ਹੈ ਕਿ ਜੀ ਉਹ ਮੁਲਜ਼ਮ ਬਣਦੇ ਨੇ, ਜੀ ਉਹਨਾਂ ਨੂੰ ਕੋਈ ਸਜ਼ਾ ਹੁੰਦੀ ਹੈ, ਤਾਂ ਸਰ ਇਹ ਜ਼ਰੂਰ ਇੱਕ ਪ੍ਰੋਵੀਜ਼ਨ ਹੈ ਜਿੱਤੇ ਕੇਸ 'ਚ ਕਿਸੇ ਵੀ ਇਲੈਕਟਿਡ ਰਿਪਰੈਜ਼ੈਂਟੇਟਿਵ ਨੂੰ 2 ਸਾਲ ਤੋਂ ਵੱਧ ਦੀ ਸਜ਼ਾ ਹੋਵੇ ਤਾਂ ਉਸਦੀ ਡਿਸਕੁਆਲੀਫਿਕੇਸ਼ਨ ਮੰਨੀ ਜਾਂਦੀ ਹੈ ਜੀ। ਤੁਸੀਂ ਇਸ ਕੇਸ ਦੇ ਬਾਰੇ ਹੁਣ ਮਤਲਬ ਉਸ ਸਟੇਜ 'ਤੇ ਜਾ ਕੇ ਕੀ ਹੁੰਦਾ ਹੈ ਬਹੁਤ ਅਰਲੀ ਹੈ ਕਹਿਣਾ ਹਜੇ, ਕਿਉਂਕਿ ਹਾਲੇ ਤਾਂ ਅਸੀਂ ਇਨਵੈਸਟੀਗੇਸ਼ਨ ਦੀ ਮੰਗ ਕਰ ਰਹੇ ਹਾਂ। ਇਨਵੈਸਟੀਗੇਸ਼ਨ ਤੋਂ ਬਾਅਦ ਪ੍ਰੋਪਰ ਇੱਕ ਇਨਵੈਸਟੀਗੇਸ਼ਨ ਰਿਪੋਰਟ ਕੋਰਟ 'ਚ ਪੇਸ਼ ਹੋਊਗੀ, ਉਹਦੇ ਤਹਿਤ ਫਿਰ ਟਰਾਇਲ ਚੱਲਣੀ ਹੈ, ਪ੍ਰੋਸੀਕਿਊਸ਼ਨ ਦੀਆਂ ਦਲੀਲਾਂ ਆਉਣੀਆਂ, ਡਿਫੈਂਸ ਦੀਆਂ ਦਲੀਲਾਂ ਆਉਣੀਆਂ, ਫਿਰ ਜਾ ਕੇ ਫੈਸਲਾ ਹੋਣਾ। ਹਾਂਜੀ, ਧਾਰਾਵਾਂ ਕਿਹੜੀਆਂ ਲਗਾਈਆਂ ਗਈਆਂ ਨੇ ਸਰ? ਉਹ ਵੀ ਕਿਉਂਕਿ ਦਰਸ਼ਕਾਂ ਦੇ ਸਾਹਮਣੇ ਰੱਖਣਾ ਜ਼ਰੂਰੀ ਹੋ ਜਾਂਦਾ ਕਿ ਕਿਹੜੀਆਂ ਧਾਰਾਵਾਂ ਦੇ ਤਹਿਤ ਇਹ ਜਿਹੜਾ ਸਾਰਾ ਮਾਮਲਾ ਮਾਣਯੋਗ ਕੋਰਟ ਦੇ ਵਿੱਚ ਜਿਹੜਾ ਜਾ ਰਿਹਾ? ਦੇਖੋ ਸਰ, ਜਿਹੜੀ ਇਨੀਸ਼ੀਅਲ FIR ਹੁੰਦੀ ਹੈ ਕਰਮ ਸਿੰਘ ਵੱਲੋਂ ਅਸ਼ੋਕ ਕੁਮਾਰ ਦੇ, ਉਹਦੇ ਵਿੱਚ 420, 467 ਤੇ 468 ਲਗਾਈ ਗਈ ਹੈ ਸਿਰਫ। ਉਸ ਤੋਂ ਬਾਅਦ ਹਜੇ ਸਰ ਜਦੋਂ ਕੋਈ ਸਬਸੀਕੁਐਂਟ ਈਵੈਂਟ ਹੋਏਗਾ ਜਾਂ ਕੋਈ ਇਨਵੈਸਟੀਗੇਸ਼ਨ ਟ੍ਰਾਂਸਫਰ ਹੋਊਗੀ ਤੇ ਜੋ ਹੋਰ ਵੀ ਬਣਦੀਆਂ ਇਨਵੈਸਟੀਗੇਸ਼ਨ ਧਾਰਾਂ ਲੱਗਣਗੀਆਂ ਉਹ ਡੈਫੀਨੇਟਲੀ ਇਸ ਕੇਸ 'ਚ ਲੱਗਣਗੀਆਂ ਸਰ। ਤਰੀਕ ਕਿੰਨੀ ਹੈਗੀ ਸਰ ਕੋਰਟ ਦੇ ਵਿੱਚ? ਇਹ ਸਰ 2 ਨਵੰਬਰ 2023 ਇਹਦੀ ਨੈਕਸਟ ਡੇਟ ਹੈ। ਹਾਂਜੀ ਸਰ, ਅੱਛਾ ਇੱਕ ਨਾ ਸਵਾਲ ਆਉਂਦਾ ਕਿ ਜਦੋਂ ਇਸ ਤਰ੍ਹਾਂ ਦੇ ਹਾਈ ਪ੍ਰੋਫਾਈਲ ਕੇਸ ਆਉਂਦੇ ਨੇ, ਵਕੀਲ ਸਾਹਿਬਾਨਾਂ ਦੇ ਉੱਪਰ ਬੜਾ ਪ੍ਰੈਸ਼ਰ ਹੋ ਜਾਂਦਾ ਹੈ। ਮੈਡਮ ਸਰਬਜੀਤ ਕੌਰ ਮਾਣੂਕੇ ਦਾ ਇੱਕ ਵੱਡਾ ਰੁਤਬਾ ਹੈਗਾ, ਇਲੈਕਟਡ MLA ਹੈਗੇ, ਤੁਹਾਨੂੰ ਨਹੀਂ ਕਿਤੇ ਇੱਦਾਂ ਆਉਂਦਾ ਯਾਰ ਵੀ ਕਿਤੇ ਇੱਦਾਂ ਕਿਤੇ ਵੀ ਮੈਨੂੰ ਆਪਣਾ ਕੰਮ ਕਰਨ ਤੋਂ ਹੀ ਰੋਕ ਦਿੱਤਾ ਜਾਵੇ, ਇੱਦਾਂ ਦਾ ਕੁਝ? ਨਹੀਂ ਸਰ, ਇਹ ਮੈਂ ਤੁਹਾਨੂੰ ਜ਼ਰੂਰ ਇਹ ਗੱਲ ਮੈਂ ਦੱਸਣਾ ਚਾਹੁੰਦਾ ਜੀ, ਜੁਡੀਸ਼ਰੀ ਇਜ਼ ਆਲਵੇਜ਼ ਇੰਡੀਪੈਂਡੈਂਟ ਆਫ ਦੀ ਲੈਜਿਸਲੇਚਰ ਐਗਜ਼ੈਕਟਿਵ। ਅਤੇ ਸਰ ਅਸੀਂ ਆਪਦਾ ਕੰਮ ਨਿਰਪੱਖ ਕਰਦੇ ਹਾਂ ਅਤੇ ਸਾਨੂੰ ਇਹ ਸਟਰੈਂਥ ਜੁਡੀਸ਼ਰੀ ਤੋਂ ਮਿਲਦੀ ਹੈ ਜੀ। ਜਦੋਂ ਜੱਜਿਸ ਆਪਦਾ ਕੰਮ ਨਿਰਪੱਖ ਹੋ ਕੇ ਕਰਦੇ ਨੇ ਜੀ, ਬਿਨਾਂ ਕਿਸੇ ਪ੍ਰੈਸ਼ਰ ਤੋਂ ਕਰਦੇ ਨੇਗੇ, ਅਤੇ ਦੈਨ ਵਾਈ ਨਾਟ ਵੀ ਐਡਵੋਕੇਟਸ। ਸਾਨੂੰ ਵੀ ਸਾਡੀ ਜੁਡੀਸ਼ਰੀ 'ਤੇ ਮਾਣ ਹੈ ਜੀ ਇਸ ਗੱਲ ਦਾ। ਇਨਫੈਕਟ ਸਾਡੇ ਕੌਨਸਟੀਟਿਊਸ਼ਨ 'ਤੇ ਮਾਣ ਹੈ, ਜਿਹੜਾ ਕੌਨਸਟੀਟਿਊਸ਼ਨ ਸੈਟਅਪ ਹੈ ਜੁਡੀਸ਼ਰੀ ਨੂੰ ਇੰਡੀਪੈਂਡੈਂਟ ਰੱਖਿਆ ਗਿਆ। ਇਸ ਕਰਕੇ ਸਾਡੇ ਉੱਤੇ ਕਦੇ ਕੋਈ ਪੋਲੀਟੀਕਲ ਪ੍ਰੈਸ਼ਰ, ਕੋਈ ਐਗਜ਼ੈਕਟਿਵ ਪ੍ਰੈਸ਼ਰ ਅਸੀਂ ਨਹੀਂ ਸਮਝਦੇ ਹੈ, ਕਿਉਂਕਿ ਜਿੰਨੀ ਦੇਰ ਤੱਕ ਸਾਡੇ ਨਾਲ ਕੋਰਟਸ ਖੜੀਆਂ ਨੇ ਸਾਨੂੰ ਕਿਸੇ ਪ੍ਰੈਸ਼ਰ ਦੀ ਲੋੜ ਨਹੀਂ ਹੈ ਸਰ ਸਮਝਣ ਦੀ। ਸਰ ਸਮਾਂ ਕਿੰਨਾ? ਕਿਉਂਕਿ NRI ਪਰਿਵਾਰ ਹੈਗਾ, ਉਹਨਾਂ ਦਾ ਬਾਹਰ ਉਹਨਾਂ ਦਾ ਕੰਮਕਾਰ ਸੈੱਟ ਹੈਗੇ, ਉਹਨਾਂ ਨੇ ਆਪਣਾ ਕੈਨੇਡਾ ਦੇ ਵਿੱਚ ਵੀ ਦੇਖਣਾ ਹੈਗਾ, ਇੱਥੇ ਵੀ ਜਿਹੜਾ ਝਗੜਨਾ ਹੈਗਾ ਇਹ ਕੇਸ, ਕਿਉਂਕਿ ਵੱਡੀ ਧਿਰ ਦੇ ਨਾਲ ਉਹਨਾਂ ਦਾ ਮੁਕਾਬਲਾ ਜਿਹੜਾ ਹੈਗਾ, ਇਲੈਕਟਡ MLA ਦੇ ਨਾਲ ਮੁਕਾਬਲਾ ਹੈਗਾ। ਸਮਾਂ ਕਿੰਨਾ, ਇਨਸਾਫ ਕਿੰਨੇ ਸਮੇਂ ਤੱਕ? ਸਰ ਦੇਖੋ, ਇਹ ਜਿਹੜਾ ਕੁਐਸਚਨ ਹੈ ਇਹਦੇ ਉੱਤੇ ਆਪਾਂ ਨੂੰ ਨਹੀਂ ਕਮੈਂਟ ਕਰਨਾ ਚਾਹੀਦਾ ਟਾਈਮ ਬਾਰੇ, ਬਿਕੋਜ਼ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ, ਇਹ ਵੀ ਸਾਡੇ ਜੁਡੀਸ਼ੀਅਲ ਸਿਸਟਮ ਦੀ ਖੂਬਸੂਰਤੀ ਹੈ ਜੀ। ਜਿੰਨੀ ਦੇਰ ਤੱਕ ਕੋਈ ਵੀ ਬੰਦਾ ਜਿਹਦੇ ਖਿਲਾਫ ਐਲੀਗੇਸ਼ਨਸ ਨਹੀਂ ਪ੍ਰੂਫ ਹੁੰਦੇ, ਜਦੋਂ ਤੱਕ ਕੋਰਟ ਦੀ ਤਸੱਲੀ ਨਹੀਂ ਹੁੰਦੀ ਕਿ ਹਾਂ ਇਹ ਗੁਨੇਗਾਰ ਹੈ, ਕੋਰਟ ਕਦੇ ਕੰਕਲੂਜਨ 'ਤੇ ਨਹੀਂ ਆਉਂਦੀ। ਦੂਜੀ ਗੱਲ ਰਹੀ ਸਰ ਜਿਹੜੀ ਕੋਰਟ ਦੀ ਕਾਰਗੁਜ਼ਾਰੀ ਹੈ, ਉਹਦੇ ਵਿੱਚ ਜਿੰਨਾ ਟਾਈਮ ਰੂਟੀਨ 'ਚ ਲੱਗਣਾ, ਕਿਉਂਕਿ ਹਰ ਕਿਸੇ ਨੂੰ ਇੱਕ ਫੇਅਰ ਚਾਂਸ ਮਿਲਦਾ ਜੀ। MLA ਸਾਹਿਬ ਨੂੰ ਵੀ ਪੂਰਾ ਫੇਅਰ ਚਾਂਸ ਮਿਲੇਗਾ ਜੀ ਕੋਰਟ 'ਚ, ਉਹਨਾਂ ਨੇ ਆਪਣੀਆਂ ਦਲੀਲਾਂ ਪੇਸ਼ ਕਰਨੀਆਂ, ਤਾਂ ਜਾ ਕੇ ਜਦੋਂ ਕੋਰਟ ਨੂੰ ਕੋਈ ਲੱਗਦਾ ਕੰਕਲੂਜਨ ਤਾਂ ਜਾ ਕੇ ਫੈਸਲਾ ਸੁਣਦੇ ਆ ਜੀ। ਸੋ ਇਸ ਕਰਕੇ ਦੇਖੋ ਜਿਹੜੀ ਗੱਲ ਸਮੇਂ ਦੀ ਹੈ ਸਰ, ਟਾਈਮ ਵਿਲ ਟੇਕ ਇਟਸ ਔਨ ਕੋਰਸ। ਅਤੇ ਬਟ ਮੈਂ ਤੁਹਾਨੂੰ ਇਹ ਗੱਲ ਸ਼ੋਰ ਕਰਦਾ ਜੀ, ਜਿਸ ਤਰ੍ਹਾਂ ਕਿ ਸਾਡੇ ਹਾਈ ਕੋਰਟ ਦੇ ਵਿੱਚ ਇੱਕ ਸਪੈਸ਼ਲ ਬੈਂਚ ਕੌਂਸਟੀਟਿਊਟਡ ਹੈ ਜੀ, ਜੋ MLA MPs ਦੇ ਕੇਸ ਹੁੰਦਾ ਜੀ, ਜਾਂ ਸਾਬਕਾ MLA MP ਮੌਜੂਦ, ਹਾਂਜੀ, ਉਹਨਾਂ ਦੇ ਕੇਸ ਹੁੰਦਾ ਹੈ। ਅਤੇ ਇਸ ਕਰਕੇ ਮੈਂ ਤੁਹਾਨੂੰ ਇਹ ਸ਼ੋਰ ਕਰਦਾ ਜੀ, ਇਸ ਕੇਸ ਦੇ ਵਿੱਚ ਇਨਸਾਫ ਬਹੁਤ ਜਲਦੀ ਹੋਣ ਦੀ ਉਮੀਦ ਹੈ ਜੀ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸਰ, ਥੈਂਕ ਯੂ। ਸੋ ਐਡਵੋਕੇਟ ਇਸ਼ਾਨ ਗੁਪਤਾ ਉਹਨਾਂ ਦੇ ਨਾਲ ਗੱਲਾਂ ਕੀਤੀਆਂ ਨੇ। ਇਨਸਾਫ ਬਹੁਤ ਜਲਦੀ ਹੋਏਗਾ, ਇਨਸਾਫ ਦੀ ਉਮੀਦ ਸਾਡੀ ਜੁਡੀਸ਼ਰੀ ਤੋਂ ਐਡਵੋਕੇਟ ਸਾਹਿਬ ਨੂੰ ਹੈਗੀ। ਪਰ ਜੇਕਰ MLA ਸਰਬਜੀਤ ਕੌਰ ਮਾਣੂਕੇ ਇਸ ਮਾਮਲੇ ਦੇ ਵਿੱਚ ਕਸੂਰਵਾਰ ਪਾਏ ਜਾਂਦੇ ਨੇ ਅਤੇ ਉਹਨਾਂ ਨੂੰ 2 ਸਾਲ ਦੀ ਸਜ਼ਾ ਹੋ ਜਾਂਦੀ, ਤਾਂ ਮੈਡਮ MLA ਦਾ ਚੁਣੀ ਹੋਈ ਕੁਰਸੀ ਵੀ ਉਹਨਾਂ ਤੋਂ ਖੁੱਸ ਸਕਦੀ ਹੈ, ਉਹਨਾਂ ਤੋਂ ਦੂਰ ਜਾ ਸਕਦੀ ਆ। ਇਹ ਕਹਿਣਾ ਹੈ ਐਡਵੋਕੇਟ ਇਸ਼ਾਨ ਗੁਪਤਾ ਦਾ। ਖੈਰ, ਮਾਣਯੋਗ ਕੋਰਟ ਦੇ ਵਿੱਚ ਜਿਹੜੇ ਨੇ ਇਹ ਕੇਸ ਚੱਲ ਰਿਹਾ ਹੈ, ਉਹਨਾਂ ਦੇ ਵੱਲੋਂ, ਕੋਰਟ ਦੇ ਵੱਲੋਂ 10 ਧਿਰਾਂ ਨੂੰ ਜਿਹੜਾ ਹੈ ਬੁਲਾਇਆ ਗਿਆ ਹੈ। MLA ਸਰਬਜੀਤ ਕੌਰ ਮਾਣੂਕੇ ਉਹਦੇ ਵਿੱਚ ਮੁੱਖ ਨੇ, ਅਤੇ ਇਸ ਤੋਂ ਇਲਾਵਾ ਸਰਬਜੀਤ ਕੌਰ ਮਾਣੂਕੇ ਦੇ ਹਸਬੈਂਡ ਨੂੰ ਵੀ ਬੁਲਾਇਆ ਗਿਆ। ਹੁਣ ਦੇਖਣਾ ਹੋਊਗਾ ਇਸ ਧਿਰ ਦੇ ਵੱਲੋਂ ਕੋਰਟ ਦੇ ਵਿੱਚ ਆਪਣੇ ਪੱਖ ਦੇ ਵਿੱਚ ਕੀ ਦਲੀਲਾਂ ਜਾਂ ਅਪੀਲਾਂ ਪੇਸ਼ ਕੀਤੀਆਂ ਜਾਂਦੀਆਂ ਨੇ। ਕੈਮਰਾਮੈਨ ਸਾਥੀ ਗੁਰਜਿੰਦਰ ਦੇ ਨਾਲ ਸੰਸਾਰਦੀਪ ਸਿੰਘ, RMB ਟੈਲੀਵਿਜ਼ਨ, ਚੰਡੀਗੜ੍ਹ।